ਗੁੱਡ ਈਵਨਿੰਗ ਜੀ। ਸਵਾਗਤ ਹੈ ਤੁਹਾਡੇ ਆਪਣੇ ਚੈਨਲ MSW ਸਟੱਡੀ ਫॉर ਜੌਬ ਦੇ ਵਿੱਚ। ਆਪਣੇ ਕਲਾਸਾਂ ਨੈਟ ਦੇ ਸਿਲੇਬਸ ਦੇਣ ਜਾ ਰਹੇ ਸੀ। ਪੰਜਾਬੀ ਦਾ ਸਿਲੇਬਸ ਜੋ ਆਪਾਂ ਕਰ ਰਹੇ ਸੀ, ਜਿਸ ਦੇ ਵਿੱਚ ਆਪਾਂ ਸਿਰਫ MCQ ਕੁਐਸਚਨ ਕਰ ਰਹੇ ਸੀਗੇ। ਇਸ ਤੋਂ ਪਹਿਲਾਂ ਆਪਣੇ 14 ਲੈਕਚਰ ਬਣ ਚੁੱਕੇ ਨੇ ਜੀ। ਜਿਹੜਾ ਅੱਜ ਆਪਣਾ ਲੈਕਚਰ ਹੋ ਗਿਆ ਲੈਕਚਰ ਨੰਬਰ 15। ਆਓ ਸਟਾਰਟ ਕਰਦੇ ਹਾਂ ਆਪਣੇ ਦੀ ਨੈਕਸਟ ਵੀਡੀਓ। ਅੱਜ ਦਾ ਫਸਟ ਕੁਐਸਚਨ ਹੀ ਦੇਖੋ, ਪ੍ਰਗਤੀਵਾਦੀ ਵਿਚਾਰਧਾਰਾ ਕੀ ਹੈ? ਪ੍ਰਗਤੀਵਾਦੀ ਵਿਚਾਰਧਾਰਾ ਕੀ ਹੈ? ਸਮਾਜਿਕ ਤਬਦੀਲੀ ਰਾਹੀਂ ਵਿਕਾਸ, ਲੋਕਾਂ ਵਿੱਚ ਚੇਤਨਤਾ ਪੈਦਾ ਕਰਨਾ, ਆਰਥਿਕ ਤੇ ਸਮਾਜਿਕ ਤਬਦੀਲੀ, ਸਮਾਜਿਕ ਵਿਕਾਸ ਪੈਦਾ ਕਰਨਾ। ਪ੍ਰਗਤੀਵਾਦੀ ਵਿਚਾਰਧਾਰਾ ਕੀ ਹੈ? ਪ੍ਰਗਤੀਵਾਦੀ ਦਾ ਤਾਂ ਆਪਾਂ ਨੂੰ ਪਤਾ ਕਿ ਪ੍ਰਗਤੀ ਹੁੰਦੀ ਕੀ ਹੈ। ਇਸ ਕੁਐਸਚਨ ਦਾ ਜੋ ਰਾਈਟ ਆਨਸਰ ਬਣਦਾ ਜੀ ਆਪਣਾ ਨੰਬਰ 3, ਆਰਥਿਕ ਤੇ ਸਮਾਜਿਕ ਤਬਦੀਲੀ। ਪ੍ਰਗਤੀਵਾਦੀ ਵਿਚਾਰਧਾਰਾ ਜੋ ਆਰਥਿਕ ਤੇ ਸਮਾਜਿਕ ਤਬਦੀਲੀ ਹੈ। ਥੋੜਾ ਆਪਾਂ ਡੀਪ ਦੇ ਵਿੱਚ ਕਰਦੇ ਹਾਂ ਇਸ ਦੇ ਬਾਰੇ। ਪ੍ਰਗਤੀਵਾਦ ਦਾ ਕਹਿੰਦੇ ਜਿਹੜਾ ਆਰੰਭ ਸੀ ਉਹ ਯੂਰਪ ਦੇ ਵਿੱਚ ਹੋਇਆ, ਤੇ ਯੂਰਪ ਦੇ ਵਿੱਚ ਵੀ ਕਿਸੇ ਖਾਸ ਪਰਪਸ ਵਾਸਤੇ ਹੋਇਆ ਸੀਗਾ। ਜਿਹੜਾ ਖਾਸ ਪਰਪਸ ਸੀ ਇਸ ਦਾ ਕਿ ਜਿਹੜੇ ਯੂਰਪ ਸੀ, ਜਿਹੜੇ ਆਪਣੇ ਆਪਾਂ ਕਹਿ ਸਕਦੇ ਕਿ ਪ੍ਰਗਤੀਵਾਦ ਦੇ ਵਿੱਚ ਪੈਰ ਧਰੇ, ਹਨਾ, ਭਾਵ ਕਿ ਪ੍ਰਗਤੀਵਾਦੀ ਦੇ ਵਿੱਚ ਆਉਣਾ ਆਰੰਭ ਕਰੀ, ਤਾਂ ਕਰਕੇ ਇਹਦਾ ਪ੍ਰਗਤੀਵਾਦ ਦਾ ਆਰੰਭ ਹੋਇਆ ਸੀ ਉੱਥੇ। ਜੇਕਰ ਇੰਨਾ ਬਾਇਓਡਾਟਾ ਮੈਂ ਇੱਥੇ ਲਿਖਣ ਲੱਗ ਜਾਣਾ ਤਾਂ ਥੋੜ੍ਹਾ ਜਿਹਾ ਉਹ ਨਾ ਇੱਕ ਐਸੇ ਦੀ ਤਰ੍ਹਾਂ ਲੱਗਦਾ ਗਾ, ਜਿਹਦੇ ਕਰਕੇ ਮੈਂ ਸਿਰਫ ਜਿਹੜੀ ਮੇਨ ਗੱਲ ਹੁੰਦੀ ਉਹੀ ਲਿਖਦੀ ਹੁੰਦੀ ਹੈਗੀ। ਇਹ ਨਾ ਸੋਚਿਓ ਕਿ ਮੈਂ ਜਿਹੜੀ ਵੀ 2 ਲਾਈਨਾਂ ਦੇ ਵਿੱਚ ਤੁਹਾਨੂੰ ਐਕਸਪਲੇਨ ਕਰ ਦਿੰਦੀ ਹਾਂ, ਕੁਛ ਮੈਂ ਬੋਲ ਵੀ ਦਿੰਦੀ ਹਾਂ, ਕੁਛ ਮੈਂ ਲਿਖ ਵੀ ਦਿੰਦੀ ਹਾਂ। ਉਹੀ ਗੱਲ ਬਾਰ-ਬਾਰ ਕਿ ਜੇਕਰ ਇੰਨਾ ਬਾਇਓਡਾਟਾ ਮੈਂ ਇੱਥੇ ਲਿਖਣ ਲੱਗ ਜਾ ਤਾਂ ਫਿਰ ਉਹ ਤਾਂ 2-3 ਪੇਜਾਂ ਦਾ ਹੋ ਜਾਂਦਾ, ਹੈ ਨਾ। ਫਿਰ ਉਹ ਨਾ ਹੀ ਪੜ੍ਹਨ ਦੇ ਵਿੱਚ ਇੰਟਰਸਟ ਬਣਦਾ ਅਤੇ ਨਾ ਹੀ ਪੜ੍ਹਾਉਣ ਵਾਲੇ ਨੂੰ ਵਧੀਆ ਲੱਗਦਾ। ਠੀਕ ਹੈ ਜੀ। ਹੁਣ ਇੰਨਾ ਕੁ ਸਮਝ ਲਓ ਕਿ ਜਿਹੜਾ ਪ੍ਰਗਤੀਵਾਦ ਦਾ ਆਰੰਭ ਯੂਰਪ ਤੋਂ ਹੋਇਆ ਸੀਗਾ। ਪ੍ਰਗਤੀ ਸ਼ਬਦ ਜਿਹੜਾ ਉਹ ਅੰਗਰੇਜ਼ੀ ਭਾਸ਼ਾ ਦੇ ਪ੍ਰੋਗਰੈਸ ਸ਼ਬਦ ਤੋਂ ਹੋਇਆ ਗਾ। ਜਿਹੜਾ ਪ੍ਰਗਤੀ ਸ਼ਬਦ ਉਹ ਅੰਗਰੇਜ਼ੀ ਭਾਸ਼ਾ ਦਾ ਇੱਕ ਸ਼ਬਦ ਆ, ਪ੍ਰੋਗਰੈਸ ਸ਼ਬਦ, ਜਿਹੜਾ ਕਿ ਲਾਤਾਨੀ ਆਪਾਂ ਅੱਗੇ ਗੱਲ ਕਰਦੇ ਹਾਂ ਲਾਤੀਨੀ ਭਾਸ਼ਾ ਦੇ ਪ੍ਰੋਗਰੇਡੀਅਰ ਤੋਂ ਬਣਿਆ ਹੈ। ਇੰਗਲਿਸ਼ ਦਾ ਇੱਕ ਸ਼ਬਦ ਆ ਪ੍ਰੋਗਰੈਸ, ਹੈ ਨਾ। ਅੱਗੇ ਕੀ ਹੈ ਜਿਹੜਾ ਪ੍ਰੋਗਰੈਸ, ਇਹ ਵੀ ਕਿਤੋਂ ਬਣਿਆ? ਲਾਤੀਨੀ ਭਾਸ਼ਾ ਦੇ ਪ੍ਰੋਗਰੇਡੀਅਰ ਤੋਂ ਬਣਿਆ ਗਾ। ਇਹਦਾ ਸਧਾਰਨ ਅਰਥ ਦੇ ਵਿੱਚ ਜਿਹੜਾ ਆਪਾਂ ਕਹਿ ਸਕਦੇ ਹਾਂ, ਸਧਾਰਨ ਸ਼ਬਦਾਂ ਦੇ ਵਿੱਚ ਜਿਹੜਾ ਇਹਦਾ ਅਰਥ ਨਿਕਲਦਾ ਉਹ ਹੁੰਦਾ ਗਾ ਅੱਗੇ ਵਧਣਾ, ਉੱਨਤੀ ਕਰਨਾ ਜਾਂ ਅਗਾਂਹ ਨੂੰ ਪੈਰ ਰੱਖਣਾ, ਹੈ ਨਾ। ਉਹੀ ਚੀਜ਼ ਹੋ ਗਈ। ਠੀਕ ਹੈ ਜੀ। ਨੈਕਸਟ, ਜੁਝਾਰਵਾਦੀ ਵਿਚਾਰਧਾਰਾ ਕੀ ਹੈ? ਜੁਝਾਰਵਾਦੀ ਵਿਚਾਰਧਾਰਾ ਕੀ ਹੈ? ਲੜਾਕੇ ਪੈਦਾ ਕਰਨਾ, ਹਿੰਸਾਮਈ ਪ੍ਰਚਾਰ ਕਰਨਾ, ਸਾਹਿਤ ਸਿਰਜਣਾ, ਇਨਕਲਾਬ ਵੱਲ ਹਥਿਆਰਬੰਦ ਕਦਮ। ਭਾਵ ਕਿ ਇਨਕਲਾਬ ਲਿਆਉਣ ਵਾਸਤੇ ਹਥਿਆਰਬੰਦ ਜਿਹੜੇ ਕਦਮ ਨੇ ਉਹ ਚੱਕਣੇ ਜ਼ਰੂਰੀ ਹੁੰਦੇ ਨੇ। ਇਸ ਦਾ ਰਾਈਟ ਆਨਸਰ ਵੀ ਇਹੀ ਬਣਦਾ ਜੀ ਕਿ ਇਨਕਲਾਬ ਵੱਲ ਹਥਿਆਰਬੰਦ ਜਿਹੜੇ ਕਦਮ ਨੇ ਉਹ ਚੱਕਣੇ। ਠੀਕ ਹੈ ਜੀ। ਜੁਝਾਰਵਾਦੀ ਵਿਚਾਰਧਾਰਾ ਦਾ ਇਹੀ ਜ਼ਿਆਦਾ ਆਪਾਂ ਕਹਿ ਸਕਦੇ ਪਰਪਸ ਹੁੰਦਾ ਗਾ। ਨੈਕਸਟ ਕੁਐਸਚਨ, ਇਹਨਾਂ ਵਿੱਚੋਂ ਕਿਹੜਾ ਜਿਹੜਾ ਕਵੀ ਉਹ ਪ੍ਰਯੋਗਵਾਦੀ ਹੈ? ਕਿਹੜਾ ਕਵੀ ਇਹਨਾਂ ਦੇ ਵਿੱਚੋਂ ਪ੍ਰਯੋਗਵਾਦੀ ਹੈ? ਸ਼ਿਵ ਕੁਮਾਰ ਬਟਾਲਵੀ, ਅਵਤਾਰ ਪਾਸ਼, ਮੋਹਨ ਸਿੰਘ, ਜਸਵੀਰ ਸਿੰਘ ਆਹਲੂਵਾਲੀਆ। ਪ੍ਰਯੋਗਵਾਦੀ ਕਵੀ ਦੱਸਣਾ ਇਹਨਾਂ ਦੇ ਵਿੱਚੋਂ ਕਿ ਪ੍ਰਯੋਗਵਾਦੀ ਕਵੀ ਹੈ ਜਿਹੜਾ ਕਿਹੜਾ ਹੋਇਆ ਗਾ। ਜਿਹੜਾ ਰਾਈਟ ਆਨਸਰ ਹੈ ਜੀ ਉਹ ਨੰਬਰ 4, ਜਸਵੀਰ ਸਿੰਘ ਆਹਲੂਵਾਲੀਆ ਇੱਕ ਪ੍ਰਯੋਗਵਾਦੀ ਕਵੀ ਹੈ। ਨੈਕਸਟ ਕੁਐਸਚਨ, ਕਿਹੜਾ ਕਵੀ ਜੁਝਾਰਵਾਦੀ ਹੈ? ਉਹ ਕਿਹੜਾ ਕਵੀ ਹੈ ਜੋ ਜੁਝਾਰਵਾਦੀ ਕਵੀ ਹੈ? ਅਵਤਾਰ ਪਾਸ਼, ਸ਼ਿਵ ਕੁਮਾਰ ਬਟਾਲਵੀ, ਬਾਵਾ ਬਲਵੰਤ ਜਾਂ ਹਰਭਜਨ ਸਿੰਘ। ਜੁਝਾਰਵਾਦੀ ਜੁਝਾਰਵਾਦੀ ਕਵੀ ਦੱਸਣਾ ਜੀ ਆਪਾਂ। ਹੁਣ ਦੇਖੋ, ਇੱਕ ਜਿਹੜਾ ਮੇਨ ਜੀ ਚੀਜ਼ ਹੁੰਦੀ ਹੈ ਨਾ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਇਆ ਕਿ ਜੇਕਰ ਆਪਾਂ ਨੂੰ ਕਿਸੇ ਕੁਐਸਚਨ ਦਾ ਆਨਸਰ ਨਹੀਂ ਆਉਂਦਾ ਤਾਂ ਉੱਥੇ ਆਪਾਂ ਨੇ ਕੀ ਕਰਨਾ ਹੁੰਦਾ, ਚੀਜ਼ਾਂ ਨੂੰ ਛਾਂਟਣਾ ਹੁੰਦਾ ਗਾ। ਚੀਜ਼ਾਂ ਨੂੰ ਛਾਂਟ ਕੇ ਆਪਾਂ ਕਿਵੇਂ ਕਰ ਸਕਦੇ? ਦੇਖੋ, ਜਿਵੇਂ ਸ਼ਿਵ ਕੁਮਾਰ ਬਟਾਲਵੀ ਕਿਹੜੀ ਚੀਜ਼ ਹੋ ਗਈ, ਉਹ ਇੱਕ ਰੋਮੈਂਟਿਕ ਜਿਹੀ ਕਵਿਤਾਵਾਂ ਲਿਖਦੇ ਨੇ, ਹੈ ਨਾ, ਜਿਨ੍ਹਾਂ ਦੀ ਕਵਿਤਾ ਦੇ ਵਿੱਚ ਪ੍ਰਗੀਤਕ ਅੰਸ਼ ਜ਼ਿਆਦਾ ਹੁੰਦਾ। ਅਤੇ ਬਾਵਾ ਬਲਵੰਤ ਵੀ, ਇਹਨਾਂ ਦੀ ਕਵਿਤਾ ਵੀ ਜੁਝਾਰਵਾਦੀ ਨਹੀਂ ਹੈਗੀ, ਹਰਭਜਨ ਦੀ ਵੀ ਨਹੀਂ ਹੈਗੀ, ਕਿਉਂਕਿ ਇਹ ਜ਼ਿਆਦਾਤਰ ਕਵਿਤਾਵਾਂ ਕਿਹੜੀ ਲਿਖਦੇ, ਸੋਹਜਵਾਦੀ ਕਵਿਤਾਵਾਂ ਨਹੀਂ ਹੁੰਦੀਆਂ। ਇਹਨਾਂ ਦੀ ਜਿਹੜੀ ਲਿਖਾਵਟ ਦੇ ਵਿੱਚ ਸੋਹਜਵਾਦੀ ਅੰਸ਼ ਜ਼ਿਆਦਾ ਪਾਇਆ ਜਾਂਦਾ। ਤਾਂ ਬਚੇ ਕਿਹੜੇ? ਅਵਤਾਰ ਪਾਸ਼। ਅਵਤਾਰ ਪਾਸ਼ ਇੱਕ ਅਜਿਹੇ ਕਵੀ ਨੇ ਜਿਨ੍ਹਾਂ ਨੇ ਜ਼ਿਆਦਾਤਰ ਜਿਹੜੇ ਜੁਝਾਰਵਾਦੀ ਕਵਿਤਾਵਾਂ ਨੇ ਉਹ ਲਿਖੀਆਂ ਨੇ। ਜੇ ਆਪਾਂ ਗੱਲ ਕਰਨੇ ਕਿ ਜਿੰਨੀ ਵੀ ਇਹਦੀ ਲਿਖਤ ਹੈਗੀ ਉਹ ਕੀ ਹੈ,
ਜੁਝਾਰਵਾਦੀ ਹੈ ਇਹਨਾਂ ਦੀ ਲਿਖਤ, ਠੀਕ ਹੈ ਜੀ। ਨੈਕਸਟ ਕੁਐਸਚਨ, ਕਿਹੜਾ ਕਵੀ ਸੁਹਜਵਾਦੀ ਹੈ? ਉਹ ਕਿਹੜਾ ਕਵੀ ਹੈ ਜੋ ਸੁਹਜਵਾਦੀ ਹੈ? ਆਪਾਂ ਉੱਪਰ ਵੀ ਗੱਲ ਕੀਤੀ ਸੀ, ਦੇਖੋ। ਮਨਜੀਤ ਟਿਵਾਣਾ, ਜਸਵੀਰ ਸਿੰਘ ਆਹਲੂਵਾਲੀਆ, ਬਾਵਾ ਬਲਵੰਤ ਜਾਂ ਹਰਭਜਨ ਸਿੰਘ। ਇਸ ਕੁਐਸਚਨ ਦਾ ਜੋ ਰਾਈਟ ਆਨਸਰ ਬਣਦਾ ਜੀ ਉਹ ਨੰਬਰ 4 ਹਰਭਜਨ ਸਿੰਘ। ਇੱਕ ਨਾ ਮੈਂ ਕਵਿਤਾ ਪੜ੍ਹੀ ਸੀ ਐਮਏ ਦੇ ਵਿੱਚ, ਹੁਣ ਇਹ ਮਿਸਪ੍ਰਿੰਟ ਹੋ ਰਿਹਾ ਕਿ ਸ਼ਾਇਦ ਉਹ ਇਹਨਾਂ ਦੀ ਇੱਕ ਕਿਹਨਾਂ ਦੀ ਹੈ, ਭਰੀ ਸੁਗੰਧੀਆਂ ਪਾਉਣ, ਹੈ ਨਾ, ਪੜ੍ਹਿਆ ਹੋਵੇਗਾ ਤੁਸੀਂ ਉਹ ਕਵਿਤਾ। ਉਹਦੇ ਵਿੱਚ ਨਾ ਸੁਹਜਵਾਦੀ ਅੰਸ਼ ਜ਼ਿਆਦਾ ਪਾਇਆ ਜਾਂਦਾ ਉਹ ਕਵਿਤਾ ਦੇ ਵਿੱਚ। ਇਹ ਨਹੀਂ ਮੈਂ ਕਹਿ ਰਹੀ ਕਿ ਇਕੱਲੀ ਉਸੇ ਦੇ ਵਿੱਚ ਪਾਇਆ ਜਾਂਦਾ, ਕਿ ਜਿੰਨੀ ਵੀ ਇਹਨਾਂ ਦੀ ਜਿਹੜੀ ਲਿਖਤ ਆ ਉਹਦੇ ਵਿੱਚ ਸੁਹਜਵਾਦੀ ਅੰਸ਼ ਜਿਹੜਾ ਪਾਇਆ ਜਾਂਦਾ ਹੈਗਾ। ਕਿਹਨਾਂ ਦੀ ਰਚਨਾ ਦੇ ਵਿੱਚ? ਹਰਭਜਨ ਸਿੰਘ ਦੇ ਵਿੱਚ। ਜਿਵੇਂ ਉਹ ਕਵਿਤਾ ਦੀ ਜਿਹੜੀ ਕੁਝ ਕੁ ਪੰਕਤੀਆਂ ਨੇ ਕਿ ਜਿਵੇਂ ਭਰੀ ਸੁਗੰਧੀਆਂ ਪਾਉਣ ਸਜਨ ਤੇਰੇ ਬੂਹੇ, ਹੈ ਨਾ, ਵੀ ਤੂੰ ਇੱਕ ਵਾਰੀ ਤੱਕ ਲੈ ਕੌਣ ਸਜਨ ਤੇਰੇ ਬੂਹੇ, ਹੈਗੇ ਨਾ ਐਵੇਂ। ਕਿਉਂਕਿ ਹੁਣ ਤਾਂ 3-4 ਸਾਲ ਹੋ ਗਏ ਐਮਏ ਕੀਤੀ ਨੂੰ, ਵੀ ਇੰਨਾ ਯਾਦ ਵੀ ਨਹੀਂ, ਦੁਬਾਰੇ ਉਹ ਕਵਿਤਾ ਪੜ੍ਹੀ ਵੀ ਨਹੀਂ, ਪਰ ਉਹ ਯਾਦ ਰਹਿੰਦੀ ਇਹਦੀ ਕਵਿਤਾ, ਕਿ ਲਿਖਾਵਟ ਵੀ ਕਿੰਨੀ ਸੋਹਣੀ ਅਤੇ ਸੁਹਜਵਾਦੀ ਜਿਹੜਾ ਅੰਸ਼ ਆ ਉਹ ਐਵੇਂ ਝਲਕ ਦਿੰਦੀ ਕਵਿਤਾ ਦੇ ਵਿੱਚ। ਨੈਕਸਟ ਕੁਐਸਚਨ, ਕਿਸ ਕਵੀ ਵਿੱਚ ਪ੍ਰਗੀਤਕ ਅੰਸ਼ ਵਧੇਰੇ ਹੈ? ਉਹ ਕਿਹੜਾ ਕਵੀ ਹੈ ਜਿਹਦੀ ਲਿਖਤ ਦੇ ਵਿੱਚ ਪ੍ਰਗੀਤਕ ਅੰਸ਼ ਜ਼ਿਆਦਾ ਹੈ? ਅਵਤਾਰ ਪਾਸ਼, ਸ਼ਿਵ ਕੁਮਾਰ ਬਟਾਲਵੀ, ਅਜਮੇਰ ਸਿੰਘ, ਸੰਤੋਖ ਸਿੰਘ ਧੀਰ। ਇਸ ਦਾ ਜੋ ਰਾਈਟ ਆਨਸਰ ਹੈ ਜੀ, ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਛਾਂਟਣਾ ਕੁਝ ਖੁਦ 'ਤੇ ਵੀ ਡਿਪੈਂਡ ਕਰਦਾ ਆਪਾਂ ਨੂੰ। ਜੇਕਰ ਆਪਾਂ ਸਾਰੇ ਰਾਈਟਰਾਂ ਬਾਰੇ ਪੜ੍ਹਿਆ ਹੈ ਨਾ ਕਿ ਇਹਨਾਂ ਦੀ ਕਵਿਤਾਵਾਂ ਕਿਵੇਂ ਨੇ, ਕਿਹੜੀ ਕਿਹੜੀ ਵਿਚਾਰਧਾਰਾ ਵੱਲ ਜ਼ਿਆਦਾ ਡਿੱਗਦੀਆਂ ਨੇ ਇਹ, ਤਾਂ ਆਪਾਂ ਨੂੰ ਖੁਦ ਹੀ ਪਤਾ ਲੱਗ ਜਾਂਦਾ ਕਿ ਜਿਹੜਾ ਕਿਹੜਾ ਕਵੀ ਕਿੱਧਰ ਨੂੰ ਡਿਪੈਂਡ ਕਰ ਰਿਹਾ, ਹੈ ਨਾ, ਭਾਵ ਕਿ ਜਿਹੜਾ ਕਿਹੜਾ ਕਵੀ ਕਿਸ ਵਿਚਾਰਧਾਰਾ ਵੱਲ ਹੈ। ਹੁਣ ਜਿਹੜੀ ਪ੍ਰਗੀਤਕ ਅੰਸ਼ ਵਾਲੀ ਕਵਿਤਾ ਉਹ ਕਿਹਨਾਂ ਦੀ ਹੋ ਗਈ? ਸ਼ਿਵ ਕੁਮਾਰ ਬਟਾਲਵੀ ਦੀ ਹੈ। ਪ੍ਰਗੀਤ ਜੀ ਜਿਹੜੀ ਹੁੰਦੀ ਹੈ ਨਾ, ਪ੍ਰਗੀਤ ਦਾ ਭਾਵ ਹੀ ਗੀਤ ਹੁੰਦਾ ਗਾ, ਭਾਵ ਕਿ ਉਹ ਲਿਰਿਕ ਜਾਂ ਉਹ ਸਾਊਂਡ ਜੀ ਨੂੰ ਗੀਤ ਦਾ ਰੂਪ ਦਿੱਤਾ ਜਾ ਸਕੇ, ਉਸ ਚੀਜ਼ ਨੂੰ ਕੀ ਕਿਹਾ ਜਾਂਦਾ? ਪ੍ਰਗੀਤ ਕਿਹਾ ਜਾ ਸਕਦਾ। ਹੁਣ ਜਿੰਨੀਆਂ ਵੀ ਸ਼ਿਵ ਕੁਮਾਰ ਦੀਆਂ ਕਵਿਤਾਵਾਂ ਨੇ ਉਹਨਾਂ ਨੂੰ ਗਾ ਵੀ ਸਕਦੇ ਹਾਂ ਆਪਾਂ, ਹੈ ਨਾ। ਜਿਵੇਂ ਸੁਣੀ ਹੋਵੇਗੀ ਤੁਸੀਂ ਇੱਕ ਕਵਿਤਾ ਸੀਗੀ, ਮੈਂ ਇੱਕ ਸ਼ਿਕਰਾ ਯਾਰ ਬਣਾਇਆ, ਹੈ ਨਾ, ਉਹਦੇ ਸਿਰ 'ਤੇ ਕਲੰਗੀ, ਹੈ ਨਾ, ਇੰਨਾ ਤਾਂ ਕੁਝ ਯਾਦ ਵੀ ਨਹੀਂ, ਪਰ ਉਹ ਨਾ ਪਿੱਛੇ ਜਦੋਂ ਇਹਦਾ ਬਰਥਡੇ ਸੀਗਾ ਉਦੋਂ ਇਹ ਜਿਹੜੀ ਕਵਿਤਾ ਸੀ ਉਹ ਬਹੁਤ ਸ਼ੇਅਰ ਚੈਟ 'ਤੇ ਜ਼ਿਆਦਾ ਫੇਮਸ ਸੀਗੀ, ਇੱਕ ਗੀਤ ਦੀ ਤਰ੍ਹਾਂ ਗਾਈ ਹੋਈ ਸੀ, ਠੀਕ ਹੈ, ਉਹ ਹੁੰਦਾ ਪ੍ਰਗੀਤਕ ਅੰਸ਼। ਨੈਕਸਟ, ਕਿਸ ਕਵੀ ਨੂੰ ਪੰਜਾਬੀ ਦਾ ਵਰਡਸਵਰਥ ਕਿਹਾ ਜਾਂਦਾ ਹੈ? ਜੋ ਇੰਗਲਿਸ਼ ਦੇ ਰਾਈਟਰ ਹੋਏ ਨੇ ਉਹਨਾਂ ਨੂੰ ਪੰਜਾਬੀ ਦਾ ਰਾਈਟਰ ਕਿਹਾ ਜਾਂਦਾ, ਭਾਵ ਕਿ ਉਹਨਾਂ ਦੀ ਤਰ੍ਹਾਂ ਹੀ ਪੰਜਾਬੀ ਦੇ ਖੇਤਰ ਦੇ ਵਿੱਚ ਕੰਮ ਕੀਤਾ ਇੱਕ ਰਾਈਟਰ ਨੇ। ਉਹਦਾ ਨਾਮ ਦੱਸਣਾ ਆਪਾਂ, ਮੋਹਨ ਸਿੰਘ, ਪੂਰਨ ਸਿੰਘ, ਸੁਰਜੀਤ ਪਾਤਰ ਜਾਂ ਭਾਈ ਵੀਰ ਸਿੰਘ। ਇਹ ਆਪਾਂ ਨੂੰ ਕਲੀਅਰ ਹੀ ਪਤਾ ਹੋਣਾ ਚਾਹੀਦਾ। ਇਹ ਜਿਹੜਾ ਰਾਈਟ ਆਨਸਰ ਹੈ ਜੀ ਉਹ ਨੰਬਰ 4 ਭਾਈ ਵੀਰ ਸਿੰਘ ਨੂੰ ਵਰਡਸਵਰਥ ਦਾ ਦਰਜਾ ਦਿੱਤਾ ਗਿਆ ਪੰਜਾਬੀ ਸਾਹਿਤ ਦੇ ਵਿੱਚ ਜਾਂ ਪੰਜਾਬੀ ਲਿਖਤ ਦੇ ਵਿੱਚ। ਨੈਕਸਟ ਕੁਐਸਚਨ, ਲਾਸ਼ਾਂ ਪੁਸਤਕ ਕਿਸ ਕਵੀ ਦੀ ਹੈ? ਲਾਸ਼ਾਂ ਪੁਸਤਕ ਹੈ ਜੋ ਉਹ ਕਿਸ ਕਵੀ ਦੀ ਹੈ? ਅਮਰਤਾ ਪ੍ਰੀਤਮ, ਮੋਹਨ ਸਿੰਘ, ਸੁਰਜੀਤ ਪਾਤਰ ਜਾਂ ਹਰਭਜਨ ਸਿੰਘ। ਦੇਖੋ ਲਾਸ਼ਾਂ ਪੁਸਤਕ ਹੈ ਜੋ ਕਿਸ ਕਵੀ ਦੀ ਹੈ? ਅਮਰਤਾ ਪ੍ਰੀਤਮ, ਮੋਹਨ ਸਿੰਘ, ਸੁਰਜੀਤ ਪਾਤਰ ਜਾਂ ਹਰਭਜਨ ਸਿੰਘ। ਇਸ ਦਾ ਜੋ ਰਾਈਟ ਆਨਸਰ ਬਣਦਾ ਜੀ ਉਹ ਨੰਬਰ 4 ਹਰਭਜਨ ਸਿੰਘ ਦੀ। ਆ ਥੋੜੀ ਸਿਹਤ ਨਾ ਨਰਮ ਚੱਲ ਰਹੀ ਹੈ ਤਾਂ ਕਰਕੇ ਵੀ ਹੋ ਰਿਹਾ, ਥੋੜਾ ਜਿਹਾ ਇੰਨਾ ਬੋਲ ਨਹੀਂ ਸਕਿਆ ਜਾ ਰਿਹਾ ਅੱਜ। ਥੋੜਾ ਆਪਾਂ ਹਰਭਜਨ ਸਿੰਘ ਬਾਰੇ ਕਰਦੇ ਹਾਂ ਅੱਜ। ਹਰਭਜਨ ਸਿੰਘ ਇੱਕ ਪੰਜਾਬੀ ਕਵੀ, ਆਲੋਚਕ, ਸੰਸਕ੍ਰਿਤਕ ਤੇ ਟੀਕਾਕਾਰ ਅਤੇ ਅਨੁਵਾਦਕ ਸੀ। ਦੇਖੋ ਕਿੰਨੀ ਚੀਜ਼ਾਂ ਨੇ, ਕਵੀ, ਆਲੋਚਕ, ਸੰਸਕ੍ਰਿਤਕ, ਟੀਕਾਕਾਰ ਤੇ ਅਨੁਵਾਦਕ। ਟੀਕਾਕਾਰ ਉਹ ਹੁੰਦਾ ਜਿਵੇਂ ਆਪਾਂ ਕਹਿੰਦੇ ਆਲੋਚਨਾ ਨਹੀਂ ਹੁੰਦੀ ਹੈ ਨਾ, ਆਲੋਚਨਾ ਉਸੇ ਤਰ੍ਹਾਂ ਦੀ ਚੀਜ਼ ਹੁੰਦੀ ਹੈ, ਪਰ ਆਲੋਚਨਾ ਤੋਂ ਕੁਝ ਹਟ ਕੇ ਹੁੰਦਾ, ਜਿਵੇਂ ਕਿਸੇ ਦੀ ਲਿਖੀ ਹੋਈ ਲਿਖਤ ਤੇ ਟੀਕਾ ਲਿਖਣਾ। ਟੀਕਾ ਇੰਜੈਕਸ਼ਨ ਨਹੀਂ ਹੁੰਦਾ, ਕਿਤੇ ਉਲਟ ਪਾਸੇ ਲੈ ਜਾਓ। ਇਹ ਜਿਹੜਾ ਨੈੱਟ ਦੇ ਵਿੱਚ ਆ ਨਾ ਇੱਥੇ ਥੋੜ੍ਹਾ ਜ਼ਿਆਦਾ ਆ ਜਾਂਦਾ ਇਹ, ਜਿਵੇਂ ਕਈ ਰਾਈਟਰ ਹੋਏ ਨੇ ਜਿਨ੍ਹਾਂ ਨੇ ਟੀਕੇ ਲਿਖੇ ਨੇਗੇ, ਠੀਕ ਹੈ ਜੀ, ਅਤੇ ਅਨੁਵਾਦਕ ਸੀ। ਅਮਰਤਾ ਪ੍ਰੀਤਮ ਦੇ ਨਾਲ ਹਰਭਜਨ ਸਿੰਘ ਨੂੰ ਪੰਜਾਬੀ ਕਵਿਤਾ ਦੀ ਸ਼ੈਲੀ ਵਿੱਚ ਕ੍ਰਾਂਤੀ ਲਿਆਉਣ ਦਾ ਸਿਹਰਾ ਜਾਂਦਾ ਹੈ। ਹੁਣ ਦੇਖੋ ਅਮਰਤਾ ਪ੍ਰੀਤਮ ਜੋ ਇੱਕ ਲੇਡੀ ਸੀ, ਆਪਾਂ ਇਹਨਾਂ ਬਾਰੇ ਬਹੁਤ ਵਾਰੀ ਪੜ੍ਹਿਆ, ਫੇਮਸ ਲੇਡੀ ਹੋਈ ਨੇ ਪੰਜਾਬੀ ਦੀ ਇਹ। ਇਹਨਾਂ ਦੇ ਨਾਲ ਹਰਭਜਨ ਸਿੰਘ ਨੂੰ ਵੀ ਪੰਜਾਬੀ ਕਵਿਤਾ ਦੀ ਸ਼ੈਲੀ ਵਿੱਚ ਕ੍ਰਾਂਤੀ ਲਿਆਉਣ ਦਾ ਸਿਹਰਾ ਦਿੱਤਾ ਜਾਂਦਾ ਗਾ, ਭਾਵ ਕਿ ਇਹਨਾਂ ਦੋਨਾਂ ਨੇ ਮਿਲ ਕੇ ਕੀ ਕੀਤਾ ਗਾ, ਪੰਜਾਬੀ ਕਵਿਤਾ ਦੀ ਸ਼ੈਲੀ ਦੇ ਵਿੱਚ, ਲਿਖਣ ਦੀ ਸ਼ੈਲੀ ਦੇ ਵਿੱਚ ਜਾਂ ਕਿਸੇ ਵੀ ਸ਼ੈਲੀ ਦੇ ਵਿੱਚ ਆਪਾਂ ਕਹਿ ਸਕਦੇ ਹਾਂ
ਕ੍ਰਾਂਤੀ ਲਿਆਂਦੀ ਭਾਵ ਸਾਰੇ ਪੱਖੋਂ, ਹੈ ਨਾ। ਲਾਸ਼ਾਂ ਕੀ ਇਹਨਾਂ ਦੀ ਇੱਕ ਜਿਹੜੀ ਰਚਨਾ ਹੈਗੀ ਉਹ ਕਾਵ ਸੰਗ੍ਰਹਿ ਹੈ। ਲਾਸ਼ਾਂ ਜਿਹੜੀ ਇਹਦੀ ਰਚਨਾ ਹੈਗੀ ਉਹ ਇੱਕ ਕਾਵ ਸੰਗ੍ਰਹਿ ਹੈ। ਹੁਣ ਦੇਖੋ, ਧੁੱਪੇ ਨਾ ਛਾਵੇਂ ਲਈ, ਇਹ ਵੀ ਇਹਦੇ ਇੱਕ ਕਾਵ ਸੰਗ੍ਰਹਿ ਹੈ। ਧੁੱਪੇ ਨਾ ਛਾਵੇਂ, ਇਹ ਵੀ ਇੱਕ ਕਾਵ ਸੰਗ੍ਰਹਿ ਹੈ। ਇਹਨਾਂ ਲਈ, ਇਸ ਕਾਵ ਸੰਗ੍ਰਹਿ ਲਈ ਇਹਨਾਂ ਨੂੰ 1969 ਦੇ ਵਿੱਚ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਹੋਇਆ। ਠੀਕ ਹੈ ਜੀ। ਧੁੱਪੇ ਨਾ ਛਾਵੇਂ ਜੋ ਕਾਵ ਸੰਗ੍ਰਹਿ ਇਹਨਾਂ ਦਾ, ਇਸ ਲਈ ਇਹਨਾਂ ਨੂੰ 1969 ਦੇ ਵਿੱਚ ਸਾਹਿਤ ਅਕਾਦਮੀ ਵੱਲੋਂ ਪੁਰਸਕਾਰ ਪ੍ਰਾਪਤ ਹੋਇਆ। ਕਿਹਨਾਂ ਨੂੰ? ਹਰਭਜਨ ਸਿੰਘ ਨੂੰ। ਠੀਕ ਹੈ ਜੀ। ਨੈਕਸਟ ਕੁਐਸਚਨ, ਬਿਰਖ ਅਰਜ ਕਰੇ ਦਾ ਕਰਤਾ ਕੌਣ ਹੈ? ਬਿਰਖ ਅਰਜ ਕਰੇ ਦਾ ਕਰਤਾ ਕੌਣ ਹੈ? ਇਹ ਤਾਂ ਬਹੁਤ ਹੀ ਈਜ਼ੀ ਕੁਐਸਚਨ ਹੈ ਜੀ। ਆਪਾਂ ਨੂੰ ਪਤਾ ਹੀ ਹੋਣਾ ਚਾਹੀਦਾ ਕਿ ਜਿਹੜੀ ਇਹ ਬਿਰਖ ਅਰਜ ਕਰੇ ਉਹ ਕਿਸ ਦੀ ਰਚਨਾ ਹੈਗੀ। ਸੋ ਇਹ ਰਚਨਾ ਸੁਰਜੀਤ ਪਾਤਰ ਦੀ ਹੈ। ਬਿਰਖ ਅਰਜ ਕਰੇ ਇੱਕ ਉਹ ਸੀ ਨਾ, ਹਨੇਰੇ ਵਿੱਚ ਸੁਲਗਦੀ ਵਰਨਮਾਲਾ, ਹੈ ਨਾ। ਇਹ ਸਭ ਕਿਹਦੀਆਂ ਨੇਗੀਆਂ? ਸੁਰਜੀਤ ਪਾਤਰ ਦੀਆਂ। ਨੈਕਸਟ ਕੁਐਸਚਨ, ਬੂਹੇ ਕਵਿਤਾ ਕਿਸ ਦੀ ਹੈ? ਜੋ ਇੱਕ ਕਾਵ ਸੰਗ੍ਰਹਿ ਹੈ। ਬੂਹੇ ਕਵਿਤਾ ਕਿਸ ਦੀ ਹੈ? ਸੁਰਜੀਤ ਪਾਤਰ, ਮੋਹਨ ਸਿੰਘ, ਸ਼ਿਵ ਕੁਮਾਰ ਬਟਾਲਵੀ, ਧਨੀ ਰਾਮ ਚਾਤ੍ਰਿਕ। ਇਸ ਦਾ ਸਹੀ ਆਨਸਰ ਹੈ ਜੀ ਉਹ ਨੰਬਰ 2, ਮੋਹਨ ਸਿੰਘ ਦੀ ਹੈ। ਮੋਹਨ ਸਿੰਘ ਦੀ ਜਿਹੜੀ ਕਾਵ ਸੰਗ੍ਰਹਿ ਹੈ ਇਹ ਪੁਸਤਕ ਬੂਹੇ। ਪ੍ਰੋਫੈਸਰ ਪੂਰਨ ਸਿੰਘ ਨੇ ਕਿਹੜਾ ਕਿੱਸਾ ਲਿਖਿਆ? ਪ੍ਰੋਫੈਸਰ ਪੂਰਨ ਸਿੰਘ ਦੇ ਦੁਆਰਾ ਕਿਹੜਾ ਕਿੱਸਾ ਲਿਖਿਆ ਗਿਆ? ਖੁੱਲੇ ਘੁੰਡ, ਪੂਰਨ ਭਗਤ, ਖੁੱਲੇ ਮੈਦਾਨ। ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਨੰਬਰ 3, ਪੂਰਨ ਭਗਤ। ਆਪਾਂ ਕੱਲ ਹੀ ਕੀਤਾ ਪ੍ਰੋਫੈਸਰ ਪੂਰਨ ਸਿੰਘ ਬਾਰੇ, ਹੈ ਨਾ। ਹੁਣ ਦੇਖੋ, ਜਿਹੜੇ ਆਪਾਂ ਇਹਨੇ ਕੱਲ 3 ਕਾਵ ਸੰਗ੍ਰਹਿ ਕੀਤੇ ਸੀਗੇ, ਪੜ੍ਹੇ ਸੀ, ਇੱਕ ਖੁੱਲੇ ਘੁੰਡ, ਖੁੱਲੇ ਮੈਦਾਨ, ਖੁੱਲੇ ਅਸਮਾਨੀ ਰੰਗ। ਇਹ 3 ਸੀ ਨਾ, ਖੁੱਲੇ ਘੁੰਡ, ਖੁੱਲੇ ਮੈਦਾਨ, ਖੁੱਲੇ ਅਸਮਾਨੀ ਰੰਗ। ਇਹ 3 ਕੀ ਸੀ ਇਹਨਾਂ ਦੇ? ਇੱਕ ਕਾਵ ਸੰਗ੍ਰਹਿ ਸੀ। ਤੇ ਇੱਕ ਸੀ ਇਹਨਾਂ ਦਾ ਨਿਬੰਧ। ਨਿਬੰਧ ਸੰਗ੍ਰਹਿ ਕਿਹੜਾ ਸੀ? ਖੁੱਲੇ ਲੇਖ, ਉਹ ਇਹ ਸੀ। ਠੀਕ ਹੈ ਜੀ। ਇਹਨਾਂ ਚੀਜ਼ਾਂ ਨੂੰ ਯਾਦ ਰੱਖਿਓ। ਸੋ ਅੱਜ 4 ਚੀਜ਼ਾਂ ਹੋ ਗਈਆਂ, ਦੇਖੋ 3 ਹੋ ਗਈਆਂ। ਖੁੱਲੇ ਲੇਖ ਕੀ ਹੈ? ਨਿਬੰਧ ਸੰਗ੍ਰਹਿ, ਖੁੱਲੇ ਘੁੰਡ, ਖੁੱਲੇ ਮੈਦਾਨ, ਖੁੱਲੇ ਅਸਮਾਨੀ ਰੰਗ। ਇਹ 3 ਕਾਵ ਸੰਗ੍ਰਹਿ। ਤੇ ਪੂਰਨ ਭਗਤ ਕੀ ਹੋ ਗਿਆ? ਇਹਨਾਂ ਦਾ ਇੱਕ ਕਿੱਸਾ ਹੋ ਗਿਆ। ਠੀਕ ਹੈ ਜੀ। ਨੈਕਸਟ ਕੁਐਸਚਨ, ਹੇਠ ਲਿਖਿਆਂ ਵਿੱਚੋਂ ਕਿਹੜੀ ਜਿਹੜੀ ਪੁਸਤਕ ਹੈ ਰੋਮਾਂਸਵਾਦ ਨਾਲ ਜੁੜੀ ਹੋਈ ਹੈ? ਉਹ ਕਿਹੜੀ ਪੁਸਤਕ ਹੈ ਜੋ ਰੋਮਾਂਸਵਾਦ ਨਾਲ ਜੁੜੀ ਹੋਈ ਹੈ? ਪੱਥਰ ਗੀਟੇ, ਵਗਦੇ ਪਾਣੀ, ਮੜੀ ਦਾ ਦੀਵਾ ਜਾਂ ਉੜਦੇ ਬਾਜਾਂ ਮਗਰ। ਰੋਮਾਂਸਵਾਦ ਨਾਲ ਜੁੜੀ ਹੋਈ ਦੇਖਣਾ ਹੀ ਇੱਥੇ ਆਪਾਂ, ਰੋਮਾਂਸਵਾਦ ਨਾਲ। ਦੇਖੋ, ਇਸ ਦਾ ਜੋ ਰਾਈਟ ਆਨਸਰ ਬਣਦਾ ਜੀ ਉਹ ਨੰਬਰ 1, ਪੱਥਰ ਗੀਟੇ। ਕਿਹਨਾਂ ਦੀ ਰਚਨਾ ਇਹ? ਅਮ੍ਰਿਤਾ ਪ੍ਰੀਤਮ ਦੀ ਰਚਨਾ ਇਹ, ਜੋ ਰੋਮਾਂਸਵਾਦ ਨਾਲ ਜੁੜੀ ਹੋਈ ਹੈ। ਠੀਕ ਹੈ ਜੀ। ਨੈਕਸਟ ਕੁਐਸਚਨ, ਤੇ ਜਿਹੜਾ ਮੜੀ ਦਾ ਦੀਵਾ ਆਂਚਲਿਕ ਨਾਵਲ, ਉੜਦੇ ਬਾਜਾਂ ਮਗਰ ਪਾਸ਼ ਦੀ ਰਚਨਾ ਹੈ। ਇਹ ਵਗਦੇ ਪਾਣੀ ਮੋਹਨ ਸਿੰਘ ਦੀ ਰਚਨਾ ਹੈ ਨਾ। ਕਮੈਂਟ ਕਰਕੇ ਜ਼ਰੂਰ ਦੱਸਿਓ ਵਗਦੇ ਪਾਣੀ ਕਿਸ ਦੀ ਰਚਨਾ। ਨੈਕਸਟ ਕੁਐਸਚਨ, ਕਿਹੜੀ ਪੁਸਤਕ ਪ੍ਰਗਤੀਵਾਦੀ ਹੈ? ਉਹ ਕਿਹੜੀ ਬੁੱਕ ਹੈ ਜੋ ਪ੍ਰਗਤੀਵਾਦੀ ਹੈ? ਸਾਵੇਂ ਪੱਤਰ, ਮਟਕ ਹੁਲਾਰੇ, ਬੰਦਰਗਾਹ ਜਾਂ ਹਵਾ ਵਿੱਚ ਲਿਖੇ ਹਰਫ। ਹਵਾ ਵਿੱਚ ਲਿਖੇ ਹਰਫ, ਇਹ ਵੀ ਸੁਰਜੀਤ ਪਾਤਰ ਦੀ ਹੈ। ਦੇਖੋ, ਇਸ ਦਾ ਜੋ ਰਾਈਟ ਆਨਸਰ ਬਣਦਾ ਜੀ ਕੁਐਸਚਨ ਦਾ ਉਹ ਨੰਬਰ 3, ਬੰਦਰਗਾਹ। ਬੰਦਰਗਾਹ ਜਿਹੜੀ ਪੁਸਤਕ ਹੈਗੀ ਉਹ ਪ੍ਰਗਤੀਵਾਦੀ ਪੁਸਤਕ ਹੈ, ਪ੍ਰਗਤੀਵਾਦੀ ਹੈ। ਤੇ ਇੱਥੇ ਆਪਾਂ ਗੱਲ ਕਰਦੇ ਕਿ ਕਿਹਨਾਂ ਦੀ ਲਿਖੀ ਹੋਈ? ਇਹ ਬਾਵਾ ਬਲਵੰਤ ਦੀ ਲਿਖੀ ਹੋਈ ਇੱਕ ਕਾਵ ਸੰਗ੍ਰਹਿ ਹੈ ਪੁਸਤਕ। ਜਿਹੜੀ ਇਹ ਬੰਦਰਗਾਹ ਬੁੱਕ ਹੈ, ਇਹ ਇੱਕ ਕਾਵ ਸੰਗ੍ਰਹਿ ਹੈ ਜਿਨ੍ਹਾਂ ਦੀ ਰਚਨਾ ਬਾਵਾ ਬਲਵੰਤ ਵੱਲੋਂ ਕੀਤੀ ਗਈ ਹੈ। ਜਿਵੇਂ ਯਾਦ ਹੋਵੇਗਾ ਤੁਹਾਨੂੰ, ਇੱਕ ਮੈਂ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਜਿਹੜੇ ਕਈ ਰਾਈਟਰ ਹੋਏ ਨੇ, ਹੈ ਨਾ, ਆਪਾਂ ਜੇਕਰ ਦੇਖੀਏ ਨਾ, ਹਰ ਇੱਕ ਰਾਈਟਰ ਨੂੰ ਕੋਈ ਨਾ ਕੋਈ ਪੁਰਸਕਾਰ ਪ੍ਰਾਪਤ ਹੋਇਆ ਹੈਗਾ। ਹਰ ਇੱਕ ਰਾਈਟਰ ਨੂੰ ਕੋਈ ਨਾ ਕੋਈ ਪੁਰਸਕਾਰ ਪ੍ਰਾਪਤ ਹੋਇਆ ਹੋਇਆ। ਪਰ ਬਾਵਾ ਬਲਵੰਤ ਅਜਿਹੇ ਰਾਈਟਰ ਹੋਏ ਨੇ ਜਿਨ੍ਹਾਂ ਨੇ ਕਦੇ ਪੁਰਸਕਾਰ ਦੀ ਚਾਹਤ ਹੀ ਨਹੀਂ ਕੀਤੀ ਸੀ। ਭਾਵ ਕਿ ਇਹਨਾਂ ਨੂੰ ਲਿਖਣ ਦੀ ਇੰਨਾ ਸ਼ੌਂਕ ਸੀ ਕਿ ਇਹਨਾਂ ਨੇ ਬਿਨਾਂ ਪੁਰਸਕਾਰ ਦੇ ਲਾਲਚ ਤੋਂ ਹੀ ਕੀ ਕੀਤਾ, ਵੀ ਪੰਜਾਬੀ ਨੂੰ ਬਹੁਤ ਸਾਰਾ ਸਾਹਿਤ ਪੰਜਾਬੀ ਦੀ ਝੋਲੀ ਪਾਇਆ। ਆਪਾਂ ਗੱਲ ਕਰਦੇ ਹਾਂ ਜਿਵੇਂ ਕਿ ਇਹਨਾਂ ਨੇ ਕਦੇ ਵੀ ਪੁਰਸਕਾਰ ਦੀ ਕੋਈ ਚਾਹ ਨਹੀਂ ਰੱਖੀ ਸੀ। ਠੀਕ ਹੈ ਜੀ। ਨੈਕਸਟ ਕੁਐਸਚਨ, ਭੇਟ ਕੀ ਹੈ? ਭੇਟ ਕੀ ਹੈ? ਕਵਿਤਾ ਦਾ ਰੂਪ, ਗਲਪ ਰੂਪ, ਲੋਕ ਸਾਹਿਤ ਦਾ ਰੂਪ ਜਾਂ ਨਾਟਕ ਦਾ ਰੂਪ। ਇਸ ਦਾ ਜੋ ਰਾਈਟ ਆਨਸਰ ਬਣਦਾ ਜੀ ਉਹ ਨੰਬਰ 3, ਲੋਕ ਸਾਹਿਤ ਦਾ ਰੂਪ ਹੈ ਭੇਟ। ਲੋਕ ਸਾਹਿਤ ਦਾ ਰੂਪ ਹੈ। ਠੀਕ ਹੈ ਜੀ।
ਨੈਕਸਟ ਕੁਐਸਚਨ, ਜੇਕਰ ਆਪਾਂ ਗੱਲ ਕਰੀਏ ਭੇਟ ਕੀ ਹੁੰਦੀ ਹੈ, ਭੇਟ ਇੱਕ ਗਿਫਟ ਹੁੰਦਾ ਹੈ। ਜਿਵੇਂ ਅੱਜ ਕੱਲ੍ਹ ਦਾ ਮਾਡਰਨ ਜ਼ਮਾਨੇ ਦੇ ਵਿੱਚ ਲੋਕ ਕੀ ਕਹਿੰਦੇ ਨੇ ਕਿ ਗਿਫਟ ਦੇਣਾ, ਹੈ ਨਾ। ਪਰ ਜੇਕਰ ਪੁਰਾਣੇ ਜ਼ਮਾਨੇ ਦੀ ਆਪਾਂ ਗੱਲ ਕਰੀਏ ਤਾਂ ਉੱਥੇ ਇਹੀ ਗੱਲ ਹੁੰਦੀ ਸੀ ਨਾ ਕਿ ਕੀ ਭੇਟ ਦੇ ਰਹੇ ਹੋ ਤੁਸੀਂ ਕਿਸੇ ਨੂੰ, ਹੈ ਨਾ, ਉਹ ਗਿਫਟ ਹੀ ਹੋ ਗਿਆ। ਤਾਂ ਇਹ ਕੀ ਹੈ ਕਿ ਲੋਕ ਸਾਹਿਤ ਦਾ ਰੂਪ ਹੈ, ਠੀਕ ਹੈ ਜੀ। ਵੈਸੇ ਤਾਂ ਕੀ ਕਹੇ ਇਹਨਾਂ ਨੂੰ, ਗਿਫਟ ਹੀ ਹੋ ਗਿਆ। ਨੈਕਸਟ ਕੁਐਸਚਨ, ਕਿਹੜੀ ਪੁਸਤਕ ਜੁਝਾਰਵਾਦੀ ਹੈ, ਕਿਹੜੀ ਬੁੱਕ ਹੈ ਜੁਝਾਰਵਾਦੀ ਹੈ? ਵਗਦੇ ਪਾਣੀ, ਪੱਥਰ ਗੀਟੇ, ਉੜਦੇ ਬਾਜਾਂ ਮਗਰ, ਮੜੀ ਦਾ ਦੀਵਾ। ਇਸ ਦਾ ਜੋ ਰਾਈਟ ਆਨਸਰ ਬਣਦਾ ਜੀ ਉਹ ਨੰਬਰ 3, ਉੜਦੇ ਬਾਜਾਂ ਮਗਰ। ਇਹ ਹੁਣ ਆਪਾਂ ਦੇਖੀਏ, ਜਿਹੜੀ ਇਹ ਰਚਨਾ ਇਹ ਪਾਸ਼ ਦੀ ਰਚਨਾ ਹੈਗੀ, ਇਹ ਉਹਨਾਂ ਦੀ ਤੀਸਰੀ ਕਾਵ ਪੁਸਤਕ ਹੈ। ਜਿਹੜੀ ਉੜਦੇ ਬਾਜਾਂ ਮਗਰ ਬੁੱਕ ਹੈਗੀ, ਇਹ ਪਾਸ਼ ਦੀ ਰਚਨਾ ਹੈਗੀ, ਜਿਹੜੀ ਉਹਨਾਂ ਦੀ ਤੀਸਰੀ ਕਾਵ ਪੁਸਤਕ ਹੈਗੀ। ਇਸ ਪੁਸਤਕ ਵਿੱਚ 41 ਕਵਿਤਾਵਾਂ ਦਰਜ ਨੇ ਤੇ ਜਿਹੜੀ ਇਹ ਬੁੱਕ ਆ 1974 ਦੇ ਵਿੱਚ ਪ੍ਰਕਾਸ਼ਿਤ ਹੋਈ। ਇਸ ਬੁੱਕ ਦੇ ਵਿੱਚ 41 ਕਵਿਤਾਵਾਂ ਨੇ ਤੇ ਇਹ ਜਿਹੜੀ ਬੁੱਕ ਹੈ 1974 ਦੇ ਵਿੱਚ ਪ੍ਰਕਾਸ਼ਿਤ ਹੋਈ, ਠੀਕ ਹੈ ਜੀ। ਉਮੀਦ ਹੈ ਕਿ ਤੁਹਾਨੂੰ ਸਾਡੀ ਅੱਜ ਦੀ ਕੋਸ਼ਿਸ਼ ਪਸੰਦ ਆ। ਉਸ ਤੋਂ ਵੱਧ ਤੋਂ ਵੱਧ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ। ਉਮੀਦ ਹੈ ਕਿ ਜਿਹੜੇ ਆਪਾਂ ਗੱਲ ਕਰ ਰਹੇ ਜਿਵੇਂ ਨੈੱਟ ਦੇ ਪੇਪਰ ਦੀ, ਹੈ ਨਾ, ਕਿ ਰੋਲ ਨੰਬਰ ਜੇਕਰ ਆਪਾਂ ਦੇਖੀਏ ਗੂਗਲ ਦੇ ਉੱਪਰ ਡੇਲੀ ਕਹਿੰਦੇ ਨੇ ਅੱਜ ਜਾਂ ਕੱਲ੍ਹ 'ਚ, ਅੱਜ ਜਾਂ ਕੱਲ੍ਹ 'ਚ, ਪਰ ਚਲੋ ਜਦੋਂ ਵੀ ਆਉਣਗੇ ਰੱਬ ਕਰੇ ਹਰ ਇੱਕ ਦਾ ਕਲੀਅਰ ਹੋਵੇ। ਬਹੁਤ ਦਿਨਾਂ ਤੋਂ ਤਿਆਰੀ ਕਰ ਰਹੇ ਨੇ ਸਾਰੇ ਬੱਚੇ। ਸੋ ਥੈਂਕ ਯੂ, ਮਿਲਦੇ ਜੀ ਕੱਲ੍ਹ ਨੂੰ ਇਸੇ ਟਾਈਮ 'ਤੇ। ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਭ ਨੂੰ। ਥੈਂਕ ਯੂ।